ਇੱਕ ਟੈਕਨੀਕ ਜਿਹੜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਔਰ ਜਿਸ ਦੀ ਵਜ੍ਹਾ ਕਰਕੇ ਸਿੱਖੀ ਬਹੁਤ ਫੈਲੀ, ਉਹ ਟੈਕਨੀਕ ਅਸੀਂ ਭੁੱਲ ਗਏ, ਛੱਡ ਦਿੱਤੀ। ਔਰ ਜਿੰਨੇ ਵੀ ਇਸ਼ੂਜ਼ ਅੱਜ ਪੈਦਾ ਹੋ ਰਹੇ ਨੇ ਸਾਡੀ ਕੌਮ ਦੇ ਅੰਦਰ, ਉਹਨਾਂ ਇਸ਼ੂਜ਼ ਦੇ ਪੈਦਾ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਉਹ ਟੈਕਨੀਕ ਜਿਹੜੀ ਹੈ ਉਹ ਭੁਲਾ ਦਿੱਤੀ। ਕਿਸੇ ਟੈਕਨੀਕ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ, ਉਹ ਸੀ ਡਾਇਲੌਗਸ, ਜਿਹਨੂੰ ਅਸੀਂ ਪੰਜਾਬੀ ਚ ਕਹਿ ਦਿੰਦੇ ਹਾਂ ਸੰਵਾਦ। ਅਸੀਂ ਸਿੱਖਾਂ ਨਾਲ ਹੀ ਡਾਇਲੌਗ ਕਰਨ ਵਾਸਤੇ ਤਿਆਰ ਹਾਂ, ਤੇ ਜੇ ਕਿਤੇ ਡਾਇਲੌਗ ਕਰਨ ਦਾ ਪ੍ਰੋਗਰਾਮ ਬਣ ਜਾਂਦਾ ਹੈ ਤੇ ਸਾਡੀ ਸ਼ਬਦਾਵਲੀ ਜਿਹੜੀ ਆ ਉਹ ਅਸਭਿਅਕ ਹੁੰਦੀ ਹੈ। ਜੇ ਬੈਠ ਜਾਂਦੇ ਤੇ ਸਵਾਏ ਉੱਥੇ ਕਲਾ ਕਲੇਸ਼ ਤੋਂ, ਲੜਾਈ ਝਗੜੇ ਤੋਂ, ਬਹਿਸਬਾਜ਼ੀ ਤੋਂ ਕੁਛ ਵੀ ਨਹੀਂ। ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਆਪ ਸਾਰੀ ਸੰਗਤ ਨੂੰ, ਜਿੱਥੇ ਵਿਸ਼ਵ ਭਰ ਦੇ ਵਿੱਚ ਇਹ ਪੁਰਬ ਮਨਾਇਆ ਗਿਆ ਸਿੱਖ ਸੰਗਤਾਂ ਵੱਲੋਂ, ਉੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਬਣੀ ਇਸ ਗੁਰਦੁਆਰਾ ਸਾਹਿਬ ਵੱਲੋਂ ਵੀ ਆਪ ਸਭ ਸੰਗਤ ਦੇ ਸਹਿਯੋਗ ਨਾਲ ਪੁਰਬ ਮਨਾਇਆ ਜਾ ਰਿਹਾ। ਔਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਰਾਗੀ ਜਥੇ ਨੇ ਆਪ ਜੀ ਨੂੰ ਰਸ ਭਿੰਨਾ ਕੀਰਤਨ ਸੁਣਾਇਆ। ਸਮਾਂ ਕਾਫੀ ਹੋ ਗਿਆ, ਲੰਬੇ ਚੌੜੇ ਵਖਿਆਨ ਨਹੀਂ ਕਰਨੇ। ਮੈਂ ਕੋਈ ਵੀ ਧਰਮ ਸੰਸਾਰ ਦੇ ਅੰਦਰ ਫੈਲਦਾ ਹੈ, ਉਹ ਪ੍ਰਚਾਰ ਪ੍ਰਸਾਰ ਦੀ ਵਜ੍ਹਾ ਕਰਕੇ ਫੈਲਦਾ। ਕੋਈ ਸੇਵਾ ਦਾ ਪ੍ਰਚਾਰ ਕਰਦਾ ਹੈ, ਕੋਈ ਆਪਣੇ ਸਿਧਾਂਤਾਂ ਦਾ ਪ੍ਰਚਾਰ ਕਰਦਾ ਹੈ, ਕੋਈ ਆਪਣੀਆਂ ਸ਼ਾਨਮਤੀਆਂ ਪਰੰਪਰਾਵਾਂ ਦਾ ਪ੍ਰਚਾਰ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, 10 ਪਾਤਸ਼ਾਹੀਆਂ ਦੇ ਸਮੇਂ ਜੋ ਟੈਕਨੀਕ ਪ੍ਰਚਾਰ ਪ੍ਰਸਾਰ ਕਰਨ ਦੀ ਸਾਨੂੰ ਦਿੱਤੀ ਸਤਿਗੁਰਾਂ ਨੇ, ਉਹ ਸਾਡੀ ਮਰਿਆਦਾ ਦਾ ਹਿੱਸਾ ਬਣ ਗਈ। ਕੀਰਤਨ ਇਹ ਪ੍ਰਚਾਰ ਦੀ ਇੱਕ ਵਿਧੀ ਹੈ, ਟੈਕਨੀਕ ਹੈ, ਜੋ ਸਾਡੀ ਪਰੰਪਰਾ ਦਾ ਹਿੱਸਾ, ਮਰਿਆਦਾ ਦਾ ਹਿੱਸਾ। ਕਥਾ ਵਖਿਆਨ ਇਹ ਪ੍ਰਚਾਰ ਪ੍ਰਸਾਰ ਦਾ ਇੱਕ ਤਰੀਕਾ ਹੈ, ਢੰਗ ਹੈ, ਟੈਕਨੀਕ ਹੈ, ਵਿਧੀ ਹੈ, ਸਾਡੀ ਮਰਿਆਦਾ ਦਾ ਹਿੱਸਾ ਹੈ। ਕਵਿਤਾਵਾਂ ਬੋਲਣੀਆਂ, ਗਾਣੀਆਂ ਕਵਿਸ਼ਰਾਂ ਵੱਲੋਂ, ਢਾਡੀ ਜਥਿਆਂ ਵੱਲੋਂ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸ਼ੁਰੂ ਹੋਈ ਢਾਡੀ ਪਰੰਪਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਸ਼ੁਰੂ ਹੋਈ ਕਵੀ ਪਰੰਪਰਾ, ਇਹ ਪ੍ਰਚਾਰ ਪ੍ਰਸਾਰ ਦਾ ਇੱਕ ਹਿੱਸਾ ਹੈ। ਇੱਕ ਟੈਕਨੀਕ ਜਿਹੜੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਔਰ ਜਿਸ ਦੀ ਵਜ੍ਹਾ ਕਰਕੇ ਸਿੱਖੀ ਬਹੁਤ ਫੈਲੀ, ਉਹ ਟੈਕਨੀਕ ਅਸੀਂ ਭੁੱਲ ਗਏ, ਛੱਡ ਦਿੱਤੀ। ਔਰ ਜਿੰਨੇ ਵੀ ਇਸ਼ੂਜ਼ ਅੱਜ ਪੈਦਾ ਹੋ ਰਹੇ ਨੇ ਸਾਡੀ ਕੌਮ ਦੇ ਅੰਦਰ, ਉਹਨਾਂ ਇਸ਼ੂਜ਼ ਦੇ ਪੈਦਾ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਉਹ ਟੈਕਨੀਕ ਜਿਹੜੀ ਹੈ ਉਹ ਭੁਲਾ ਦਿੱਤੀ। ਕਿਸੇ ਟੈਕਨੀਕ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ, ਉਹ ਸੀ ਡਾਇਲੌਗਸ, ਜਿਹਨੂੰ ਅਸੀਂ ਪੰਜਾਬੀ ਚ ਕਹਿ ਦਿੰਦੇ ਹਾਂ ਸੰਵਾਦ।
ਇੱਥੇ ਤਾਂ ਅਸੀਂ ਸਿੱਖਾਂ ਨੇ ਗੈਰ ਸਿੱਖਾਂ ਨਾਲ ਡਾਇਲੌਗ ਕਰਨੇ ਸੀ। ਅਸੀਂ ਸਿੱਖਾਂ ਨੇ ਸਿੱਖਾਂ ਨਾਲ ਹੀ ਡਾਇਲੌਗ ਕਰਨੇ ਬੰਦ ਕਰ ਦਿੱਤੇ। ਗੁਰੂ ਨਾਨਕ ਸਾਹਿਬ ਨੇ ਇਹ ਸਾਨੂੰ ਟੈਕਨੀਕ ਦਿੱਤੀ ਸੀ। ਉਹਨਾਂ ਨੇ ਡਾਇਲੌਗ ਹੀ ਕੀਤੇ ਸੀ ਜੋਗੀਆਂ ਨਾਲ, ਸਿੱਧਾਂ ਨਾਲ, ਮੌਲਵੀਆਂ ਨਾਲ, ਕਾਜ਼ੀਆਂ ਨਾਲ, ਪੰਡਤਾਂ ਨਾਲ, ਜੈਨ ਮੁਨੀਆਂ ਨਾਲ, ਬਹੁਤ ਭਿਕਸ਼ੂਆਂ ਨਾਲ। ਅਸੀਂ ਸਿੱਖਾਂ ਨਾਲ ਹੀ ਡਾਇਲੌਗ ਕਰਨ ਵਾਸਤੇ ਤਿਆਰ ਹਾਂ। ਤੇ ਜੇ ਕਿਤੇ ਡਾਇਲੌਗ ਕਰਨ ਦਾ ਪ੍ਰੋਗਰਾਮ ਬਣ ਜਾਂਦਾ ਹੈ ਤੇ ਸਾਡੀ ਸ਼ਬਦਾਵਲੀ ਜਿਹੜੀ ਆ ਉਹ ਅਸਭਿਅਕ ਹੁੰਦੀ। ਕੁਐਸਚਨ ਕੀਤੇ ਜਾਣੇ ਚਾਹੀਦੇ ਨੇ। ਡਾਇਲੌਗ ਦੇ ਵਿੱਚ ਕੁਐਸਚਨ ਹੁੰਦੇ ਆ ਨਾ, ਫਿਰ ਆਨਸਰ ਹੁੰਦੇ ਆ। ਕੁਐਸਚਨ ਆਨਸਰ ਹੀ ਹੁੰਦੇ ਆ। ਤੁਸੀਂ ਮੈਨੂੰ ਕਰੋ, ਮੈਂ ਤੁਹਾਨੂੰ ਕਰਾਂ। ਤੁਸੀਂ ਮੈਨੂੰ ਜਵਾਬ ਦੇ ਬਣਾਓ, ਮੈਂ ਤੁਹਾਨੂੰ ਜਵਾਬ ਦੇ ਬਣਾਓ। ਤੁਹਾਡੇ ਮਨ 'ਚ ਸ਼ੰਕੇ ਹੈ, ਮੇਰੇ ਤੋਂ ਪੁੱਛੋ। ਮੇਰੇ ਮਨ 'ਚ ਸ਼ੰਕੇ ਹੈ ਤੇ ਮੈਨੂੰ ਵੀ ਅਧਿਕਾਰ ਹੈ ਤੁਹਾਡੇ ਤੋਂ ਪੁੱਛਣ ਦਾ। ਔਰ ਤਰੀਕਾ ਜਿਹੜਾ ਹੈ ਉਹ ਤੁਹਾਡੇ ਵੱਲੋਂ ਵੀ ਸਭਿਅਕ ਹੋਣਾ ਚਾਹੀਦਾ ਹੈ, ਮੇਰੇ ਵੱਲੋਂ ਵੀ ਸਭਿਅਕ ਹੋਣਾ ਚਾਹੀਦਾ ਹੈ। ਤੁਹਾਡੇ ਵੱਲੋਂ ਵੀ ਸਭਿਅਕ ਹੋਣਾ ਚਾਹੀਦਾ ਹੈ, ਮੇਰੇ ਵੱਲੋਂ ਵੀ ਸਭਿਅਕ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਧਾਂ ਨਾਲ ਡਾਇਲੌਗ ਕੀਤੇ, ਜਦੋਂ ਜੋਗੀਆਂ ਨਾਲ ਡਾਇਲੌਗ ਕੀਤੇ, ਜਿਹੜਾ ਤਰੀਕਾ ਸੀ ਉਸ ਵਕਤ ਡਾਇਲੌਗ ਕਰਨ ਦਾ, ਅੱਜ ਵੀ ਸਿੱਧ ਗੋਸ਼ਟ ਬਾਣੀ ਦੇ ਵਿੱਚ ਜੋ ਡਾਇਲੌਗ ਹੋਇਆ ਹੈ ਉਹ ਸਿੱਧ ਗੋਸ਼ਟ ਬਾਣੀ ਪੜ੍ਹ ਲਓ, ਪਤਾ ਲੱਗਦਾ। ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈ ਹੈ ਗੁਰਦੁਆਰੋਂ। ਕਿੱਡਾ ਸੋਹਣਾ ਢੰਗ ਹੈ। ਅੱਜ ਕਿੱਥੇ ਹੈ ਡਾਇਲੌਗਸ? ਜਿੰਨੇ ਵੀ ਕੰਟਰੋਵਰਸ਼ਲ ਇਸ਼ੂਜ਼ ਸਾਡੇ ਅੰਦਰ ਪੈਦਾ ਹੋ ਰਹੇ ਨੇ, ਇਹ ਇਸ ਕਰਕੇ ਪੈਦਾ ਹੋ ਰਹੇ ਨੇ ਕਿਉਂਕਿ ਅਸੀਂ ਸੰਵਾਦ ਰਚਾਣਾ ਬੰਦ ਕਰਤਾ ਹੈ। ਮੈਂ ਇਹਦੇ ਨਾਲ ਨਹੀਂ ਬੈਠਣਾ, ਇਹ ਫਲਾਨੀ ਪਾਰਟੀ ਦਾ, ਫਲਾਨਿਆਂ ਦਾ ਬੰਦਾ ਹੈ, ਮੈਂ ਨਹੀਂ ਇਹਦੇ ਨਾਲ ਬੈਠਣਾ, ਇਹ ਫਲਾਨਿਆਂ ਦਾ ਹੀ ਧੜੇ ਦਾ ਹੈ, ਫਲਾਨਿਆਂ ਦੇ ਇਹ ਮਤ ਦਾ ਹੈ। ਕਿਉਂ ਬਈ? ਜੇ ਗੁਰੂ ਨਾਨਕ ਸਾਹਿਬ ਪੰਡਤਾਂ ਨਾਲ ਬੈਠ ਸਕਦੇ ਆ, ਮੌਲਵੀਆਂ ਨਾਲ ਬਹਿ ਸਕਦੇ ਆ, ਕਾਜ਼ੀਆਂ ਨਾਲ ਬਹਿ ਸਕਦੇ ਆ, ਬੌਧੀਆਂ ਨਾਲ ਬਹਿ ਸਕਦੇ ਆ, ਜੈਨੀਆਂ ਨਾਲ ਬਹਿ ਸਕਦੇ ਆ, ਨਾਗਿਆਂ ਨਾਲ ਬਹਿ ਸਕਦੇ ਆ, ਅਸੀਂ ਸਿੱਖਾਂ ਨਾਲ ਨਹੀਂ ਬਹਿ ਸਕਦੇ। ਲੇਕਿਨ ਤਿਆਰ ਨਹੀਂ ਅਸੀਂ ਬਹਿਣ ਵਾਸਤੇ। ਜੇ ਬੈਠ ਜਾਂਦੇ ਤੇ ਸਵਾਏ ਉੱਥੇ ਕਲਾ ਕਲੇਸ਼ ਤੋਂ, ਲੜਾਈ ਝਗੜੇ ਤੋਂ, ਬਹਿਸਬਾਜ਼ੀ ਤੋਂ ਕੁਝ ਵੀ ਨਹੀਂ। ਅਸੀਂ ਬਹਿਸ ਕਰਦੇ ਹਾਂ, ਸੰਵਾਦ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਬਹਿਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਬਹਿਸਾਂ ਨਹੀਂ ਕੀਤੀਆਂ, ਉਹਨਾਂ ਨੇ ਸੰਵਾਦ ਕੀਤੇ ਨੇ। ਤੇ ਸੰਵਾਦ ਦੀ ਇੱਕ ਮਰਿਆਦਾ ਹੈ, ਸੰਵਾਦ ਦਾ ਇੱਕ ਤਰੀਕਾ ਹੈ, ਇੱਕ ਢੰਗ ਹੈ। ਉਹ ਸਾਨੂੰ ਬਾਣੀ ਸਿਖਾਉਂਦੀ, ਸਿੱਧ ਗੋਸ਼ਟ ਸਿਖਾਉਂਦੀ। ਸਵਾਲ ਆਨਸਰ ਹੀ ਹੈ ਨਾ, ਕੁਐਸਚਨ ਆਨਸਰ ਹੀ ਹੈ ਨਾ ਬਾਣੀ 'ਚ, ਸਿੱਧ ਗੋਸ਼ਟ ਦੇ ਵਿੱਚ ਖਾਸ ਤੌਰ ਤੇ। ਔਰ ਬੜੀ ਗਹਿਰ ਗੰਭੀਰ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਨਾ, ਕੁਐਸਚਨ ਆਨਸਰ ਹੁੰਦੇ ਆ, ਉਹਦੇ 'ਚ ਗਿਆਨ ਦਾ ਬੜਾ ਇਜ਼ਾਫਾ ਹੁੰਦਾ ਹੈ। ਜਿਵੇਂ ਕਹਿੰਦੇ ਆ ਨਾ ਕਿ ਜਿਹੜਾ ਟੀਚਰ ਹੁੰਦਾ ਨਾ, ਟੀਚਰ, ਉਹਨੂੰ ਇੰਨਾ ਗਿਆਨ ਪੜ੍ਹਾਈ ਤੋਂ ਨਹੀਂ ਮਿਲਦਾ ਜਿੰਨਾ ਪੜ੍ਹਾਉਣ ਦੇ ਨਾਲ ਮਿਲਦਾ, ਜਿੰਨਾ ਸਿਖਾਉਣ ਦੇ ਨਾਲ ਮਿਲਦਾ। ਤੁਸੀਂ ਮੈਨੂੰ ਕੁਐਸਚਨ ਕਰੋਗੇ, ਮੈਂ ਤੁਹਾਨੂੰ ਦੱਸਾਂਗਾ, ਮੇਰੇ ਗਿਆਨ 'ਚ ਇਜ਼ਾਫਾ ਹੋਊਗਾ। ਮੈਂ ਤੁਹਾਨੂੰ ਕੁਐਸਚਨ ਕਰਾਂਗਾ, ਤੁਸੀਂ ਦੱਸੋਗੇ, ਤੁਹਾਡੇ ਗਿਆਨ 'ਚ ਇਜ਼ਾਫਾ ਹੋਊਗਾ। ਇੱਕ ਤਲਬ ਲੱਗੂਗੀ, ਜਾ ਕੇ ਦੇਖੋਗੇ ਕਿ ਮੈਂ ਜੋ ਗੱਲ ਕਰਕੇ ਆਇਆ, ਜੋ ਆਨਸਰ ਦੇ ਕੇ ਆਇਆ, ਠੀਕ ਦੇ ਕੇ ਆਇਆ। ਤੁਸੀਂ ਕਿਤਾਬਾਂ ਫੜੋ, ਤੁਸੀਂ ਇੰਟਰਨੈਟ ਤੇ ਜਾਓਗੇ। ਅਸੀਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਭ ਤੋਂ ਮਹਾਨ ਤੇ ਪਹਿਲੀ ਵਿਧੀ ਸੀ, ਵਿਧਾ ਸੀ ਡਾਇਲੌਗਸ ਕਰਨ ਦੀ, ਉਹ ਅਸੀਂ ਛੱਡ ਦਿੱਤੀ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਸੰਵਾਦ ਰਚਾਈਏ। ਪਹਿਲਾਂ ਤਾਂ ਅਸੀਂ ਆਪਸ 'ਚ ਸੰਵਾਦ ਰਚਾਈਏ। ਸ੍ਰੀ ਅਕਾਲ ਤਖਤ ਸਾਹਿਬ ਤੇ ਸਵਾ ਸਾਲ ਹੋ ਗਿਆ, ਅਸੀਂ ਇੱਕ ਕੋਸ਼ਿਸ਼ ਕੀਤੀ, ਅਸੀਂ ਮਸ਼ੀਨਰੀ ਧਿਰਾਂ ਦੇ ਵਿਦਵਾਨ ਔਰ ਸੰਪਰਦਾਇ ਧਿਰਾਂ ਦੇ ਵਿਦਵਾਨ ਇਕੱਠੇ ਕੀਤੇ ਸ੍ਰੀ ਅਕਾਲ ਤਖਤ ਸਾਹਿਬ। ਅਸੀਂ ਕਿਹਾ ਬੋਲੋ, ਅੱਜ ਅਸੀਂ ਸੁਣਨਾ ਹੈ ਤੁਹਾਡੇ ਤੋਂ,
ਜਦੋਂ ਬੋਲੇ ਸਵਾਏ ਇੱਕ ਦੂਸਰੇ ਦੀ ਤਾਰੀਫ ਤੋਂ ਦੂਜਾ ਕੋਈ ਸ਼ਬਦ ਹੀ ਨਹੀਂ ਕੱਢਿਆ ਉਹਨੇ। ਉਹ ਉਹਨਾਂ ਦੀ ਤਾਰੀਫ ਕਰ ਗਏ, ਉਹਨਾਂ ਦੀ ਤਾਰੀਫ ਕਰ ਗਏ, ਉਹ ਉਹਨਾਂ ਦੇ ਗੁਣ ਗਣਾ ਗਏ, ਉਹ ਉਹਨਾਂ ਦੇ ਗੁਣ ਗਣਾ ਗਏ। ਇਸਕੇ ਵਿੱਚ ਝਗੜਾ ਕਿਸ ਗੱਲ ਦਾ? ਫਿਰ ਕਿਸ ਗੱਲ ਦਾ ਝਗੜਾ? ਕਿਸ ਗੱਲ ਦਾ ਝਗੜਾ? ਔਰ ਇੱਥੋਂ ਤੱਕ ਕਿ ਇੱਕ ਸੰਪਰਦਾਇ ਨੇ ਇੱਕ ਮਸ਼ੀਨਰੀ ਪ੍ਰਿੰਸੀਪਲ ਨੂੰ ਇਹ ਲਫ਼ਜ਼ ਕਹਿ ਦਿੱਤੇ ਕਿ ਮੈਂ ਤਾਂ ਇਹਨਾਂ ਤੋਂ ਵੱਡਾ ਸੰਤ ਹੀ ਨਹੀਂ ਤੱਕਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਟੇਜ ਤੇ ਕਮਾਲ ਦੀ ਗੱਲ ਹੈ। ਰੌਲਾ ਕਿਸ ਗੱਲ ਦਾ? ਝਗੜਾ ਕਿਸ ਗੱਲ ਦਾ? ਝਗੜਾ ਇਸ ਗੱਲ ਦਾ ਹੀ ਹੈ ਕਿ ਅਸੀਂ ਬੈਠਣਾ ਛੱਡਦਾ। ਜਦੋਂ ਅਸੀਂ ਬੈਠਾਂਗੇ ਸਾਡੇ ਸਾਰੇ ਇਸ਼ੂਜ਼ ਜਿਹੜੇ ਨੇ ਉਹ ਆਪਣੇ ਆਪ ਹੀ ਹੱਲ ਹੋ ਜਾਣਗੇ। ਔਰ ਜਿਹੜੇ ਇਸ਼ੂਜ਼ ਨੇ ਇਹ ਸਟੇਜਾਂ ਤੋਂ ਹੱਲ ਨਹੀਂ ਹੁੰਦੇ, ਸਟੇਜਾਂ ਤੋਂ ਹੱਲ ਹੋਣ ਵਾਲੇ ਨਹੀਂ ਹੈ, ਨਾ ਹੋਣੇ। ਸਟੇਜਾਂ ਤੋਂ ਤਾਂ ਇਹਨਾਂ ਇਸ਼ੂਜ਼ ਨੇ ਹੋਰ ਜ਼ਿਆਦਾ ਵਿਵਾਦਿਤ ਬਣਨਾ। ਇਹ ਹੱਲ ਵਿਦਵਾਨਾਂ ਦੇ ਆਪਸ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾ ਰੱਖਣ ਵਾਲੇ ਵਿਦਵਾਨਾਂ ਦੇ ਵਿੱਚ ਡਾਇਲੌਗਸ ਕਰਨ ਦੇ ਨਾਲ ਹੀ ਹੱਲ। ਸੋ ਜ਼ਰੂਰਤ ਇਸ ਗੱਲ ਦੀ ਹੈ। ਇਹੋ ਸਮੱਸਿਆ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਦੇਖਦੇ, ਇੱਥੇ ਕੋਈ ਡਾਇਲੌਗਸ ਕਰਨਾ ਨਹੀਂ ਚਾਹੁੰਦਾ। ਜੇ ਚਾਹੁੰਦਾ ਹੈ ਤੇ ਉਹਦਾ ਤਰੀਕਾ ਬੜਾ ਪੱਧਰ ਹੈ, ਫਿਰ ਬੈਠਣ ਨੂੰ ਨਹੀਂ ਮਨ ਕਰਦਾ। ਇਹ ਸਿੱਖ ਹੈ, ਅਸੀਂ ਇੱਕ ਨੁਕਤੇ ਦੇ ਉੱਤੇ ਤਾਂ ਇਕੱਠੇ ਹੋ ਸਕਦੇ ਹਾਂ। ਸਾਡਾ ਗੁਰੂ ਗ੍ਰੰਥ ਸਾਹਿਬ ਕਿਹੜਾ ਨਹੀਂ ਮੰਨਦਾ ਬਈ? ਜਿਹੜਾ ਸਿੱਖ ਹੈ ਕਿਹੜਾ ਕਹਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦਾ? ਅੰਮ੍ਰਿਤ ਸੰਚਾਰ ਦੇ ਵਿੱਚ ਵਿਸ਼ਵਾਸ, ਨਿਤਨੇਮ ਦੇ ਵਿੱਚ ਵਿਸ਼ਵਾਸ। ਜਦੋਂ ਸਾਡਾ ਨਿਤਨੇਮ ਇੱਕ, ਜਦੋਂ ਸਾਡਾ ਅੰਮ੍ਰਿਤ ਸੰਚਾਰ ਇੱਕ, ਜਦੋਂ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ, ਫਿਰ ਅਸੀਂ ਕਿਉਂ ਨਹੀਂ ਬੈਠ ਸਕਦੇ? ਬੈਠ ਸਕਦੇ ਹਾਂ ਨਾ। ਅਸੀਂ ਇਸੇ ਬਿਨਾਂ ਦੇ ਉੱਤੇ ਬੈਠ ਸਕਦੇ ਹਾਂ ਕਿ ਸਾਡਾ ਗੁਰੂ ਸਾਂਝਾ, ਲੇਕਿਨ ਅਸੀਂ ਬੈਠਣ ਵਾਸਤੇ ਤਿਆਰ ਨਹੀਂ। ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ। ਇਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਚਲੋ। ਕਿੰਨਾ ਪਿਆਰਾ ਸ਼ਬਦ ਕਿ ਉਹ ਗੁਰੂ ਮੇਰੇ ਨਾਲ ਹੈ, ਜਿੱਥੇ ਕਿੱਥੇ, ਭਾਵ ਹਰ ਜਗ੍ਹਾ ਉਹ ਮੈਨੂੰ ਛੁਡਾ ਲੈਂਦਾ, ਮੈਨੂੰ ਬਚਾ ਲੈਂਦਾ, ਮੈਨੂੰ ਛੁਡਾ ਲੈਂਦਾ, ਬਚਾ ਲੈਂਦਾ। ਇਹਦਾ ਮਤਲਬ ਅਸੀਂ ਫਸੇ ਜਿੱਥੋਂ ਗੁਰੂ ਛੁਡਾਉਂਦਾ ਹੈ, ਫਸੇ ਤੇ ਕਿਸ ਵਿੱਚ ਫਸੇ? ਉਹ ਕਿਹੜਾ ਪਿੰਜਰਾ ਜਿਹਦੇ ਚ ਅਸੀਂ ਕੈਦ ਹਾਂ? ਗੁਰੂ ਛੁਡਾ ਲੈਂਦਾ, ਜਿਹੜਾ ਗੁਰੂ ਨੂੰ ਨਾਲ ਰੱਖਦਾ ਹੈ, ਗੁਰੂ ਨੂੰ ਛੁਡਾ ਲੈਂਦਾ। ਕਿਹੜਾ ਪਿੰਜਰਾ? ਅਸੀਂ ਕਿਹੜੇ ਪਿੰਜਰੇ ਚ ਕੈਦ ਹਾਂ? ਉਹ ਪਿੰਜਰਾ ਦੁੱਖਾਂ ਦਾ। ਦੁੱਖ ਸਾਡੇ ਵਿਦਵਾਨਾਂ ਨੇ 3 ਕਿਸਮ ਦੇ ਦੱਸੇ ਨੇ। ਮੈਂ ਸੰਖੇਪ 'ਚ ਗੱਲ ਕਰਨੀ ਹੈ। ਇੱਕ ਫਿਜ਼ੀਕਲੀ, ਉਹ ਤਾਂ ਹਰ ਬੰਦਾ ਹੀ ਦੁਖੀ ਹੈ। ਕਿਸੇ ਦਾ ਸਿਰ ਦੁਖਦਾ ਹੈ, ਕਿਸੇ ਦੀ ਬਾਂਹ ਦੁਖਦੀ ਹੈ, ਕਿਸੇ ਦੀ ਲੱਤ 'ਚ ਪੀੜ ਹੈ, ਕਿਸੇ ਨੂੰ ਡਾਇਬਟੀਜ਼ ਹੈ, ਕਿਸੇ ਦੇ ਹਾਰਟ 'ਚ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਵਿਰਲਾ ਹੈ ਜਿਹੜਾ ਤੰਦਰੁਸਤ ਹੈ। ਹਰ ਬੰਦੇ ਨੂੰ ਦੁੱਖ ਹੈ। ਦੂਸਰੇ ਨੇ ਮਾਨਸਿਕ, ਕੋਈ ਕ੍ਰੋਧ ਦਾ ਮਰਿਆ ਪਿਆ ਹੈ, ਕੋਈ ਈਰਖਾ 'ਚ ਮਰਿਆ ਪਿਆ ਹੈ, ਕੋਈ ਸਾੜੇ ਨਾਲ ਹੀ ਮਰਿਆ ਪਿਆ ਹੈ ਕਿ ਫਲਾਨਾ ਮੇਰੇ ਨਾਲ ਜ਼ਿਆਦਾ ਤਰੱਕੀ ਕਿਵੇਂ ਕਰ ਗਿਆ, ਕੋਈ ਦਵੈਸ਼ ਦੇ ਵਿੱਚ ਧੱਸਿਆ ਹੋਇਆ, ਕੋਈ ਨਿੰਦਿਆ 'ਚ ਪਿਆ ਹੋਇਆ, ਕੋਈ ਚੁਗਲੀ 'ਚ ਪਿਆ ਹੋਇਆ, ਕੋਈ ਗੁੱਸੇ 'ਚ ਹੈ, ਕੋਈ ਮੋਹ 'ਚ ਡੁੱਬਿਆ ਹੋਇਆ, ਉਹ ਆਪਣਿਆਂ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਦਾ ਹੀ ਨਹੀਂ ਹੈ, ਕੋਈ ਕਾਮ 'ਚ ਗ੍ਰਸਤ ਹੈ, ਕੋਈ ਲੋਭ 'ਚ ਗ੍ਰਸਤ ਹੈ। ਇਹ ਵੀ ਦੁੱਖ ਹੈ। ਔਰ ਤੀਸਰੀ ਕਿਸਮ ਦੇ ਜਿਹੜੇ ਦੁੱਖ ਹੈ ਉਹ ਹੈ ਆਸ-ਪਾਸ ਦੀਆਂ ਟੈਨਸ਼ਨਾਂ। ਕਰਜ਼ਾ ਹੋ ਗਿਆ, ਕਾਰੋਬਾਰ ਫੇਲ ਹੋ ਗਿਆ, ਔਲਾਦ ਮਾੜੀ ਨਿਕਲ ਗਈ, ਜਾਂ ਔਲਾਦ ਹੋਈ ਨਹੀਂ, ਨਸ਼ਿਆਂ 'ਚ ਪੈ ਗਈ ਜੇ ਹੈਗੀ, ਪੈਸਾ ਖਰਾਬ ਹੋ ਗਿਆ, ਰਿਸ਼ਤਾ ਟੁੱਟ ਗਿਆ, ਇਹ ਵੀ ਦੁੱਖ ਹੈ। ਇਹ ਤੀਸਰੀ ਕਿਸਮ ਦੇ ਦੁੱਖ ਹੈ। ਬਾਣੀ 'ਚ ਇਹਨੂੰ ਆਦ ਵਿਆਦ ਉਪਾਦ ਕਿਹਾ। ਇਹਨੂੰ 3 ਤਾਪ ਦੀ ਆਖਿਆ ਪੜ੍ਹਦੇ ਨਾ ਸੀ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲੱਗਿਆ, ਜਾਕੀ ਪ੍ਰਭ ਆਗੈ ਅਰਦਾਸ। ਉਹ 3 ਤਾਪ ਜਿਹੜੇ ਨੇ, ਇਹ 3 ਕਿਸਮ ਦੇ ਦੁੱਖ ਹੈ।
महात्मा बुद्ध जी एक गल कहते हैं, वो कहते संसार दुखों का घर है और दुखों का एक कारण है। तुसी दुखों को दूर ना करो, ਉਹਦੇ ਕਾਰਨ ਨੂੰ ਲੱਭ ਕੇ ਕਾਰਨ ਨੂੰ ਦੂਰ ਕਰੋ, ਦੁੱਖ ਆਪਣੇ ਆਪ ਹੀ ਦੂਰ ਹੋ ਜਾਣਗੇ। ਫਰਜ਼ ਕਰੋ ਪੈਰ 'ਚ ਕੰਡਾ ਚੁੱਭ ਗਿਆ, ਦਰਦ ਹੋ ਰਿਹਾ, ਤੁਸੀਂ ਇਸ ਐਨਾਲਿਸਿਸ ਦੇ ਵਿੱਚ ਨਾ ਪਾਓ ਕਿ ਕੰਡਾ ਜਿਹੜਾ ਬੇਰੀ ਦਾ ਹੈ, ਕਿੱਕਰ ਦਾ ਹੈ, ਮਲੇ ਦਾ ਹੈ। ਤੁਸੀਂ ਕੰਡਾ ਕੱਢੋ, ਪੀੜ ਖਤਮ ਹੋ ਜਾਏਗੀ। ਜੇ ਤੁਸੀਂ ਐਨਾਲਿਸਿਸ ਕਰਨ ਲੱਗ ਪਏ ਤੇ ਪਹਿਲਾਂ ਦੇਖੀਏ ਕੰਡਾ ਹੈ ਕਿਸ ਚੀਜ਼ ਦਾ, ਇਹਦੀ ਮੋਟਾਈ ਕਿੰਨੀ ਹੈ, ਇਹਦੀ ਡੂੰਘਾਈ ਕਿੰਨੀ ਹੈ, ਇਹਦੀ ਨੋਕ ਕਿੰਨੀ ਤਿੱਖੀ ਹੈ, ਔਰ ਕੱਢੋ ਨਾ, ਪੀੜ ਨਹੀਂ ਦੂਰ ਹੋਏਗੀ। ਬੜਾ ਸੋਹਣਾ ਉਹਨਾਂ ਨੇ ਸ਼ਬਦ ਕਿਹਾ। ਤਾਂ ਦੁੱਖਾਂ ਦਾ ਇੱਕ ਰੀਜ਼ਨ ਹੈ, ਦੁੱਖਾਂ ਦਾ ਇੱਕ ਕਾਰਨ ਹੈ। ਕੀ ਕਾਰਨ ਹੈ? ਕੋਈ ਸਾਨੂੰ ਬਾਣੀ ਦੱਸਦੀ ਹੈ। ਅਸੀਂ ਤਾਂ ਹਰ ਸਵਾਲ ਬਾਣੀ ਤੋਂ ਪੁੱਛਣਾ ਹੈ, ਤੇ ਬਾਣੀ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਆਨਸਰ ਨਹੀਂ ਦਿੰਦੀ। ਸਾਨੂੰ ਲੈਣਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਬੰਦਾ ਆਪਣੇ ਰੂਟ ਨਾਲੋਂ ਟੁੱਟ ਜਾਂਦਾ, ਉਦੋਂ ਉਹਨੂੰ ਦੁੱਖ ਵਿਆਪਦੇ ਨੇ। ਪੱਤਾ ਉਹਨਾਂ ਚਿਰ ਹੀ ਹਰਾ ਜਿੰਨਾ ਚਿਰ ਉਹ ਟਾਹਣੀ ਨਾਲ ਜੁੜਿਆ, ਟੁੱਟ ਗਿਆ ਤੇ ਉਹਦੇ ਚੋਂ ਹਰਿਆਲੀ ਜਿਹੜੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਏਗੀ, ਸੁੱਕ ਜਾਏਗਾ। ਹਵਾ ਆਏਗੀ, ਉਹਨੂੰ ਉਡਾ ਕੇ ਗੰਦੀ ਨਾਲੀ 'ਚ ਸੁੱਟ ਦੇਗੀ, ਉੱਥੋਂ ਦਾ ਵਜੂਦ ਖਤਮ ਹੋ ਗਿਆ। ਨਦੀ ਵਗਦੀ ਹੈ ਜਿੰਨਾ ਚਿਰ ਸੋਮੇ ਨਾਲ ਜੁੜੀ ਹੈ, ਆਪਣੀ ਰੂਟ ਨਾਲ ਜੁੜੀ ਹੈ, ਟੁੱਟ ਗਈ, ਸੁੱਕ ਜਾਏਗੀ। ਤਾਂ ਸਾਡਾ ਵੀ ਇੱਕ ਰੂਟ ਹੈ, ਸਾਡੀ ਵੀ ਇੱਕ ਜੜ ਹੈ, ਔਰ ਉਹ ਜੜ ਅਕਾਲ ਪੁਰਖ ਹੈ। ਮਹਾਰਾਜ ਕਹਿੰਦੇ ਜੁੜੇ ਹੋ ਤੁਹਾਨੂੰ ਕੋਈ ਦੁੱਖ ਨਹੀਂ, ਔਰ ਟੁੱਟ ਗਏ ਤਾਂ ਫਿਰ ਦੁੱਖ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਪੁਰਬ ਤੋ ਦੁੱਖਾਂ ਦੇ ਪਿੰਜਰੇ ਚੋਂ ਗੁਰੂ ਛੜਾ ਲੈਂਦਾ ਹੈ, ਚਾਹੇ ਕਿਸੇ ਵੀ ਕਿਸਮ ਦੇ ਹੋਣ। ਅਹਿਸਾਸ ਹੀ ਨਹੀਂ ਹੋਣ ਦਿੰਦਾ ਦੁੱਖਾਂ ਦਾ। ਖੁਦ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀਆਂ ਤਵੀਆਂ ਤੇ ਬੈਠ ਕੇ, ਔਰ ਉਹਨਾਂ ਨੇ ਕੀ ਕਿਹਾ? ਤੇਰਾ ਕੀਆ ਮਿੱਠਾ ਲੱਗੇ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ। ਉਲਾਮਾ ਨਹੀਂ ਦਿੰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਲਾਮਾ ਨਹੀਂ ਦਿੰਦੇ। ਵਾਹਿਗੁਰੂ ਤੇਰੀ ਰਜ਼ਾ ਨੂੰ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ। ਉਹ ਸਾਨੂੰ ਲੱਗਦਾ ਹੈ ਬੜਾ ਵੱਡਾ ਦੁੱਖ, ਬੜਾ ਵੱਡਾ ਕਸ਼ਟ ਕਿ ਤੱਤੀ ਤਵੀ ਦੇ ਉੱਤੇ ਬਿਠਾ ਦਿੱਤਾ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਪੀੜ ਨਹੀਂ ਹੈ, ਕੋਈ ਦਰਦ ਨਹੀਂ ਹੈ। ਸਾਨੂੰ ਲੱਗਦਾ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚੁਣਿਆ ਗਿਆ ਹੋਣਾ, ਬੜਾ ਦਰਦ ਹੋਣਾ, ਪਰ ਉਹਨਾਂ ਨੂੰ ਕੋਈ ਦਰਦ ਨਹੀਂ ਸੀ। ਇਸ ਕਰਕੇ ਜ਼ੁਬਾਨ ਦੇ ਉੱਤੇ ਸੀ ਨਹੀਂ ਸੀ, ਤਕਲੀਫ ਦਾ ਕੋਈ ਨਿਸ਼ਾਨ ਨਹੀਂ ਚਿਹਰੇ ਤੇ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲੈ ਗਈ, ਸਾਨੂੰ ਲੱਗਦਾ ਬੜਾ ਦਰਦ ਹੋਇਆ ਹੋਣਾ, ਕਿਉਂਕਿ ਸਾਡੇ ਹੁੰਦਾ ਨਾ, ਜੇ ਕੰਡਾ ਚੁੱਭ ਜਾਏ, ਕਿਤੇ ਬਲੇਡ ਵੱਜ ਜਾਏ, ਚਾਕੂ ਵੱਜ ਜਾਏ, ਸਾਨੂੰ ਹੁੰਦਾ ਲੱਗਦਾ ਕਿ ਖੋਪੜੀ ਲਈ ਬੜਾ ਦਰਦ ਹੋਇਆ ਹੋਣਾ, ਪਰ ਉਹਨਾਂ ਨੂੰ ਦਰਦ ਨਹੀਂ ਹੋਇਆ। ਉਹਨਾਂ ਦੇ ਚਿਹਰੇ ਦੇ ਉੱਤੇ ਸ਼ਿਕਨ ਨਹੀਂ ਸੀ, ਡਰ ਨਹੀਂ ਸੀ, ਤਕਲੀਫ ਦਾ ਕੋਈ ਨਿਸ਼ਾਨ ਨਹੀਂ ਸੀ। ਕਿਉਂ? ਬੰਦ ਕੱਟੇ ਗਏ ਭਾਈ ਮਨੀ ਸਿੰਘ ਜੀ। ਔਰ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਢਾਡੀਆਂ ਤੋਂ ਵੀ ਸੁਣਦੇ ਹਾਂ ਕਿ ਜਦੋਂ ਬੰਦ ਕੱਟਣ ਲੱਗੇ ਤੇ ਉਹ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਤੂੰ ਆਪਣੇ ਹਾਕਮ ਦਾ ਆਰਡਰ ਪੂਰਾ ਕਰ। ਉਹ ਇੱਥੋਂ ਬਾਂਹ ਤੋਂ ਵੱਢਣ ਲੱਗਿਆ ਸੀ, ਕਹਿੰਦੇ ਇੱਥੋਂ ਵੱਢ, ਪਹਿਲਾਂ ਇੱਥੋਂ ਵੱਢ, ਫਿਰ ਇੱਥੋਂ ਵੱਢ, ਫਿਰ ਇੱਥੋਂ ਵੱਢ, ਫਿਰ ਇੱਥੋਂ ਆ, ਜੋੜ ਵੱਢਣੇ ਨੇ। ਕੋਈ ਪੀੜਾ ਨਹੀਂ ਸੀ। ਕਿਉਂ? ਕਿਉਂਕਿ ਪਿਆਰਾ ਸਤਿਗੁਰੂ ਨਾਲ ਸੀ। ਤੇ ਜਦੋਂ ਪਿਆਰਾ ਸਤਿਗੁਰੂ ਨਾਲ ਹੁੰਦਾ ਹੈ, ਫਿਰ ਦੁੱਖ ਨਹੀਂ ਮਹਿਸੂਸ ਹੁੰਦੇ, ਤੇ ਜਦੋਂ ਮਹਿਸੂਸ ਨਹੀਂ ਹੁੰਦੇ ਤੇ ਫਿਰ ਹੋਣ ਨਾ ਹੋਣ ਕੀ ਫਰਕ ਪੈਂਦਾ? ਕੀ ਫਰਕ ਪੈਂਦਾ? ਸਾਡੇ ਕੋਲ ਪੈਸਾ ਨਹੀਂ ਹੈ, ਅਸੀਂ ਮਹਿਸੂਸ ਕਰ ਲਿਆ ਕਿ ਸਾਡੇ ਕੋਲ ਪੈਸਾ ਨਹੀਂ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਤਾਂ ਪੀੜ ਉੱਠੇਗੀ। ਪੈਸਾ ਨਹੀਂ ਹੈ, ਬੇਪਰਵਾਹ ਹੈ, ਫਿਰ ਕੀ ਹੋ ਗਿਆ? ਆ ਜਾਏਗਾ, ਆ ਜਾਂਦਾ। ਸੋ ਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਬਾਣੀ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ, ਬਹੁਤ ਕੁਝ ਜਾਣਨ ਦੀ ਜ਼ਰੂਰਤ ਹੈ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਮੈਂ ਇੱਕ ਵਾਰੀ ਫੇਰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਔਰ ਇਹੋ ਹੀ ਸਿੱਖ ਸੰਗਤ ਨੂੰ ਬੇਨਤੀ ਕਰਦਾ। ਮਹਾਰਾਜ ਨੇ ਕਿਹਾ, ਮੈਂ ਲਾਸਟ ਗੱਲ ਕਹਿ ਕੇ ਸਮਾਪਤੀ ਕਰਾਂ। ਦੁਬਦਾ, ਦੁਬਦਾ ਕਹਿੰਦੇ ਨੇ, ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਸੀ ਜਾਂ ਅਸੀਂ ਸੁਣਦੇ ਹਾਂ, ਦੁਬਦਾ 'ਚ ਪਿਆ ਫਿਰਦਾ ਸਾਰਾ ਪੰਥ, ਦੁਬਦਾ 'ਚ ਪਿਆ ਫਿਰਦਾ ਸਾਰਾ ਪੰਥ। ਬਈ ਇਹਦਾ ਹੱਲ ਕੀ ਹੈ? ਤੇ ਹੱਲ ਸਾਡਾ ਗੁਰੂ ਦੱਸਦਾ ਸਾਨੂੰ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾ। ਇਕੱਠੇ ਹੋ ਕੇ ਬੈਠ ਜਾਓ। ਅਸੀਂ ਕਹਿੰਦੇ ਜੀ ਉਹ ਨਹੀਂ ਅਸੀਂ ਬੈਠਣਾ,
ਹੋਰ ਕੋਈ ਤਰੀਕਾ ਦੱਸੋ, ਹੋਰ ਕੋਈ ਤਰੀਕਾ ਹੈ ਨਹੀਂ। ਇਕੱਠੇ ਹੋ ਕੇ ਬੈਠੋ। ਜੋ ਇਕੱਠੇ ਹੋ ਕੇ ਬੈਠਣਾ ਸਿੱਖ ਗਏ ਆਪੇ ਦੁਬਦਾ। ਜੋ ਇਕੱਠੇ ਹੋ ਕੇ ਬੈਠਾਂਗੇ, ਮੌਨ ਧਾਰ ਕੇ ਤਾਂ ਬੈਠਾਂਗੇ ਨਹੀਂ, ਗੱਲਬਾਤ ਕਰਾਂਗੇ ਨਾ। ਤੇ ਜਦੋਂ ਗੱਲਬਾਤ ਕਰਾਂਗੇ, ਡਾਇਲੌਗਸ ਕਰਾਂਗੇ, ਦੁਬਦਾ ਆਪੇ ਖਤਮ ਹੋ ਜਾਣੀ। ਇਹ ਮਹਾਰਾਜ ਨੇ ਤਰੀਕਾ ਦੱਸਿਆ। ਸੋ ਮੈਂ ਭਾਈ ਭੁਪਿੰਦਰ ਸਿੰਘ ਜੀ ਜੋ ਇਸ ਗੁਰੂ ਘਰ ਦਾ ਪ੍ਰਬੰਧ ਦੇਖ ਰਹੇ ਨੇ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਆਪ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਅਵਸਰ ਬਖਸ਼ਿਆ। ਆਪ ਸਾਰੀ ਸੰਗਤ ਦਾ ਧੰਨਵਾਦ। ਆਪ ਜੀ ਨੇ ਦਰਸ਼ਨ ਦਿੱਤੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਇੱਕ ਵਾਰੀ ਫਿਰ ਆਪ ਸਾਰੀ ਸੰਗਤ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬਹੁਤ 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 ਮੁਬਾਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।